Kanchan Outlook। ਸੋਸ਼ਲ ਮੀਡੀਆ ਦੇ ਉੱਪਰ ਅਕਸਰ ਹੀ ਸਾਡੇ ਸਾਹਮਣੇ ਇੱਕ ਵਿਚਾਰ ਆਉਂਦਾ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਅਸੀਂ ਖਾਲੀ ਹੱਥ ਆਏ ਹਾਂ, ਖਾਲੀ ਹੱਥ ਹੀ ਚਲੇ ਜਾਣਾ ਹੈ। ਇਹ ਸੰਸਾਰ ਸਭ ਮੋਹ ਮਾਇਆ ਹੈ, ਨਾਲ ਸਾਡੇ ਕੁਝ ਵੀ ਨਹੀਂ ਜਾਣਾ। ਇਹ ਗੱਲ ਦੱਸਣ ਦੇ 2-2 2.5 ਲੱਖ ਰੁਪਏ ਲੈਂਦੇ ਨੇ ਬਾਬੇ। ਤੇ ਇਹ ਗੱਲ ਸੱਚ ਵੀ ਹੈ। ਇੱਕ ਦੀਵਾਨ ਲਾਉਣ ਦੇ, ਜੋ ਅੱਜ ਦੇ ਅਖੌਤੀ ਸੰਤ ਹਨ, ਇੱਕ ਦੀਵਾਨ ਲਗਾਉਣ ਦੇ ਲੱਖਾਂ ਰੁਪਏ ਲੈਂਦੇ ਨੇ। ਲੱਖਾਂ ਰੁਪਏ ਲੈ ਕੇ ਗੱਲ ਦੱਸਦੇ ਨੇ ਕਿ ਇਹ ਸਭ ਮੋਹ ਮਾਇਆ ਹੈ, ਸਾਡੇ ਨਾਲ ਕੁਝ ਵੀ ਨਹੀਂ ਜਾਣਾ। ਜੋ ਇਸ ਪ੍ਰਕਾਰ ਦੇ ਬਾਬੇ ਹਨ, ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 414ਵੇਂ ਅੰਗ 'ਤੇ ਵਿਰਾਜਮਾਨ ਬਾਣੀ ਦੇ ਰਾਹੀਂ ਇਹਨਾਂ ਬਾਬਿਆਂ ਨੂੰ ਨਸੀਹਤ ਕਰਦੇ। ਇਸ ਤੋਂ ਇਲਾਵਾ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਪੈਦਾ ਹੋਣ ਵਾਲੇ ਮਾਨਸਿਕ ਕਲੇਸ਼ਾਂ ਦੀ ਵੀ ਗੱਲ ਕਰਦੇ ਨੇ ਤੇ ਉਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ ਇਹ ਵੀ ਸਾਨੂੰ ਦੱਸਦੇ ਨੇ। ਅੱਜ ਦੀ ਗੁਰਬਾਣੀ ਚੰਗੀ ਲੱਗੇ, ਗੁਰਬਾਣੀ ਦੇ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਚੰਗੀਆਂ ਲੱਗਣ ਤੇ ਲੱਗੇ ਕਿ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕਦੇ ਹਾਂ ਤੇ ਇਸ ਵੀਡੀਓ ਨੂੰ ਅੱਗੇ ਲੋਕਾਂ ਦੇ ਤੱਕ ਜ਼ਰੂਰ ਪਹੁੰਚਾ ਦੇਣਾ। ਆਓ ਹੁਣ ਸ਼ੁਰੂਆਤ ਕਰੀਏ ਅੱਜ ਦੀ ਗੁਰਬਾਣੀ ਦੀ। ਆਸਾ ਮਹਿਲਾ ਪਹਿਲਾ। ਗੁਰਮੁਖ ਗਿਆਨ ਧਿਆਨ ਮਨ ਮਾਨ। ਜੋ ਗੁਰੂ ਦੇ ਸਨਮੁਖ ਹੋ ਜਾਏ, ਉਹਦੇ ਲਈ ਗੁਰੂ ਤੋਂ ਮਿਲਣ ਵਾਲਾ ਗਿਆਨ, ਉਸ ਪ੍ਰਮਾਤਮਾ ਦਾ ਗਿਆਨ, ਉਸ ਪ੍ਰਮਾਤਮਾ ਦੇ ਵਿੱਚ ਜੁੜੀ ਹੋਈ ਸੁਰਤੀ, ਪ੍ਰਮਾਤਮਾ ਦੇ ਵਿੱਚ ਲੱਗਿਆ ਹੋਇਆ ਧਿਆਨ, ਇਹਨਾਂ ਦੋ ਗੱਲਾਂ ਦੇ ਵਿੱਚ ਉਸ ਮਨੁੱਖ ਦਾ ਮਨ ਮੰਨ ਜਾਂਦਾ ਹੈ। ਇਹ ਦੋ ਗੱਲਾਂ ਕਰਕੇ ਉਸ ਮਨੁੱਖ ਦਾ, ਗੁਰਮੁਖ ਦਾ ਮਨ ਆਨੰਦ ਪ੍ਰਾਪਤ ਕਰਦਾ ਹੈ। ਗੁਰਮੁਖ ਮਹਿਲੀ ਮਹਿਲ ਪਛਾਣ। ਮਹਿਲੀ ਤੋਂ ਭਾਵ ਹੈ ਮਹਿਲ ਦਾ ਮਾਲਕ, ਯਾਨੀ ਕਿ ਉਹ ਪ੍ਰਮਾਤਮਾ। ਗੁਰੂ ਦੇ ਸਨਮੁਖ ਹੋ ਕੇ ਮਨੁੱਖ ਆਪਣੇ ਅੰਦਰੋਂ, ਮਹਿਲ ਦੇ ਵਿੱਚੋਂ, ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਮਹਿਲੀ ਯਾਨੀ ਕਿ ਉਸ ਦੇ ਮਾਲਕ ਪ੍ਰਮਾਤਮਾ ਨੂੰ ਪਛਾਣ ਲੈਂਦਾ ਹੈ। ਗੁਰਮੁਖ ਸੁਰਤ ਸ਼ਬਦ ਨਿਸ਼ਾਨ। ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਦੇ ਵਿੱਚ ਟਿਕਾਓ। ਗੁਰੂ ਦਾ ਸ਼ਬਦ ਹੀ ਸਾਡੇ ਜੀਵਨ ਦੇ ਲਈ ਰਾਹਦਾਰੀ ਹੈ, ਸਾਡੇ ਜੀਵਨ ਦੇ ਵਿੱਚ ਕੰਮ ਆਉਣਾ ਹੈ, ਜੀਵਨ ਸਫਰ ਦੇ ਲਈ ਸਾਡੇ ਲਈ ਉਹ ਖਰਚ ਹੈ। ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ ਰਹਾਓ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਪ੍ਰਭੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਮਾਤਮਾ ਦੀ ਭਗਤੀ ਕਰਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ। ਅਹਨਸ ਨਿਰਮਲ ਥਾਨ ਸੁਥਾਨ। ਅਹਨਸ ਤੋਂ ਭਾਵ ਹਰ ਰੋਜ਼। ਗੁਰੂ ਸਾਹਿਬ ਸਾਨੂੰ ਹਦਾਇਤ ਕਰਦੇ ਨੇ ਕਿ ਗੁਰੂ ਦੇ ਸਨਮੁਖ ਰਹਿ ਕੇ ਦਿਨ ਰਾਤ ਹਰ ਰੋਜ਼ ਆਪਣੇ ਹਿਰਦੇ ਥਾਂ ਵਿੱਚ ਪਰਮਾਤਮਾ ਦਾ ਪਵਿੱਤਰ ਸ੍ਰੇਸ਼ਟ ਡੇਰਾ ਬਣਾਈ ਰੱਖੋ। ਤੀਨ ਭਵਨ ਨਿਹ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ। ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਤੇ ਵਾਸ਼ਨਾ ਰਹਿਤ ਪ੍ਰਭੂ ਨਾਲ ਗੁਰਮੁਖ ਦੀ ਡੂੰਘੀ ਸਾਂਝ ਪੈ ਜਾਂਦੀ ਹੈ। ਇਹ ਭਾਈ ਤੂੰ ਵੀ ਭੁੱਲ ਗੁਰੂ ਤੋਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ, ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਦੇ ਹੁਕਮ ਨੂੰ ਸਮਝ, ਉਹਦੇ ਹੁਕਮ ਦਾ ਗਿਆਨ, ਉਹਦੀ ਰਜ਼ਾ ਦਾ ਗਿਆਨ ਹਾਸਲ ਕਰ। ਸਾਚਾ ਹਰਖ ਨਾਹੀ ਤਿਸ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ। ਪੰਚ ਸਮਾਈ ਸੁਖੀ ਸਭ ਲੋਗ। ਜਿਹੜਾ ਮਨੁੱਖ ਗੁਰਮੁਖ ਬਣ ਜਾਂਦਾ ਹੈ, ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਉਹਦੇ ਅੰਦਰ ਟਿਕਮਾ ਆਨੰਦ ਬਣਿਆ ਰਹਿੰਦਾ ਹੈ। ਸੱਚਾ ਹਰਖ, ਇੱਕ ਸੱਚੀ ਖੁਸ਼ੀ, ਸੱਚਾ ਆਨੰਦ ਉਹਦੇ ਅੰਦਰ ਬਣਿਆ ਰਹਿੰਦਾ ਹੈ। ਨਾ ਹੀ ਤਿਸ ਸੋਗ, ਉਹਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ, ਕੋਈ ਚਿੰਤਾ ਨਹੀਂ ਆਉਂਦੀ। ਅੰਮ੍ਰਿਤ ਗਿਆਨ ਮਹਾਰਸ ਭੋਗ। ਉਸ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਤੇ ਉਸ ਪ੍ਰਮਾਤਮਾ ਦਾ ਗਿਆਨ, ਇਹ ਦੋਨੋਂ ਹੀ ਮਹਾਰਸ ਹਨ, ਸਭ ਤੋਂ ਸ੍ਰੇਸ਼ਟ ਰਸ ਹਨ। ਇਹਨਾਂ ਦੇ ਵਿੱਚੋਂ ਸਾਨੂੰ ਮਹਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਗੁਰਮੁਖ ਮਨੁੱਖ ਇਹਨਾਂ ਦੋਹਾਂ ਨੂੰ ਹੀ ਭੋਗਦਾ ਹੈ।
ਪੰਚ ਸਮਾਈ ਸੁਖੀ ਸਭ ਲੋਗ, ਜੇਕਰ ਗੁਰੂ ਦੀ ਸ਼ਰਨ ਪੈ ਕੇ ਸਾਰਾ ਸੰਸਾਰ ਪੰਜਾਂ ਵਿਕਾਰਾਂ ਨੂੰ ਖਤਮ ਕਰ ਲਵੇ ਤਾਂ ਸਾਰੀ ਲੋਕਾਈ ਹੀ ਸੁਖੀ ਹੋ ਜਾਵੇ, ਇਹ ਸੰਸਾਰ ਸੁਖੀ ਹੋ ਜਾਵੇ। ਸੰਸਾਰ ਦੇ ਵਿੱਚ ਜਿਉਂਦੇ ਰਹਿਣ ਦੇ ਲਈ, ਇੱਕ ਸੋਹਣਾ ਜੀਵਨ ਬਤੀਤ ਕਰਨ ਦੇ ਲਈ ਸਾਨੂੰ ਬਹੁਤ ਥੋੜ੍ਹੇ ਪਦਾਰਥਾਂ ਦੀ ਲੋੜ ਪੈਂਦੀ ਹੈ। ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਸਾਨੂੰ ਤਨ ਢੱਕਣ ਦੇ ਲਈ ਕੱਪੜੇ, ਖਾਣ ਦੇ ਲਈ ਖਾਣਾ ਤੇ ਸਿਰ 'ਤੇ ਛੱਤ ਚਾਹੀਦੀ ਹੈ, ਕਿਉਂਕਿ ਸੰਸਾਰ ਦੇ ਵਿੱਚ ਵਿਕਾਰ ਪ੍ਰਬਲ ਨੇ। ਤੇ ਮੇਰਾ ਖਿਆਲ ਹੈ ਕਿ ਲੋਭ ਇੱਕ ਅਜਿਹਾ ਵਿਕਾਰ ਹੈ ਜਿਹੜਾ ਬਹੁਤ ਜ਼ਿਆਦਾ ਪ੍ਰਬਲ ਹੈ। ਇਸ ਲੋਭ ਦੇ ਅਧੀਨ ਆ ਕੇ ਕੁਝ ਲੋਕ ਹੋਰ ਧਨ ਪਦਾਰਥ, ਜਾਇਦਾਦਾਂ ਇਕੱਠੀਆਂ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਕੁਝ ਲੋਕਾਂ ਦੇ ਕਰਕੇ ਬਹੁਤ ਸਾਰੇ ਲੋਕ ਜੋ ਨੇ ਉਹ ਗਰੀਬੀ ਰੇਖਾ ਤੋਂ ਵੀ ਹੇਠਾਂ ਗਿਣੇ ਜਾਂਦੇ ਨੇ। ਉਹਨਾਂ ਦੀਆਂ ਇਹ ਜੋ ਮੁੱਢਲੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਕੋਲ ਓਨਾ ਮੌਕਾ ਨਹੀਂ ਮਿਲਦਾ, ਸ਼ਾਇਦ ਉਹ ਓਨੀ ਮਿਹਨਤ ਨਹੀਂ ਕਰਦੇ, ਸ਼ਾਇਦ ਉਹਨਾਂ ਦੇ ਕੋਲ ਓਨੀ ਇੰਟੈਲੀਜੈਂਸ ਨਹੀਂ ਹੁੰਦੀ, ਹੁਸ਼ਿਆਰ ਨਹੀਂ ਹੁੰਦੇ ਉਹ। ਇਹ ਗੱਲਾਂ ਵੀ ਹੋ ਸਕਦੀਆਂ ਨੇ, ਪਰ ਨਾਲ ਦੀ ਨਾਲ ਇੱਕ ਗੱਲ ਇਹ ਵੀ ਹੈ ਕਿ ਜਿਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਧਨ ਪਦਾਰਥ ਇਕੱਠੇ ਕਰਨ ਦੀ ਹੋੜ ਲੱਗੀ ਹੈ, ਉਹ ਦੂਜਿਆਂ ਦਾ ਸੋਚਦੇ ਵੀ ਨਹੀਂ, ਦੂਜਿਆਂ ਦਾ ਖੂਨ ਚੂਸ ਕੇ ਆਪਣੇ ਮਹਿਲ ਬਣਾਉਣ 'ਚ ਲੱਗੇ ਨੇ। ਇਹ ਗੱਲ ਹੈ, ਇਹ ਸੱਚਾਈ ਹੈ ਸੰਸਾਰ ਦੀ। ਤੇ ਜੇ ਗੁਰੂ ਸਾਹਿਬ ਦੇ ਦੱਸੇ ਅਨੁਸਾਰ ਸਾਰਾ ਸੰਸਾਰ ਹੀ ਗੁਰਮੁਖ ਹੋ ਜਾਏ, ਗੁਰੂ ਦੇ ਗਿਆਨ ਤੇ ਚੱਲਣ ਲੱਗ ਜਾਏ, ਪੰਜਾਂ ਵਿਕਾਰਾਂ ਤੋਂ ਛੁਟਕਾਰਾ ਪਾ ਲਵੇ, ਨਾ ਜ਼ਮੀਨਾਂ ਜਾਇਦਾਦਾਂ ਦਾ ਉਹਨੂੰ ਮੋਹ ਰਵੇ, ਨਾ ਹੀ ਬਹੁਤ ਧਨ ਪਦਾਰਥ ਇਕੱਠੇ ਕਰਨ ਦਾ ਉਹਨੂੰ ਲੋਭ ਲਾਲਚ ਰਹੇ, ਤਾਂ ਦੁਨੀਆ ਦੇ ਵਿੱਚ ਪਦਾਰਥਾਂ ਦੀ ਕਮੀ ਨਹੀਂ। ਸਾਰੀ ਦੁਨੀਆ ਦੇ ਲੋਕ ਬੜਾ ਸੌਖਾ ਜੀਵਨ ਫਿਰ ਬਤੀਤ ਕਰ ਸਕਦੇ ਨੇ। ਜੇ ਅਸੀਂ ਉਦਾਹਰਣ ਲੈ ਲਈਏ, ਮੰਨ ਲਓ ਇੱਕ ਖਾਸ ਜਗ੍ਹਾ ਹੈ, ਉਹਦੇ 'ਚ ਇੱਕ ਖਾਸ ਗਿਣਤੀ ਲੋਕਾਂ ਦੀ ਇਕੱਠੀ ਹੋਈ ਹੈ, 100 ਬੰਦਾ ਮੰਨ ਲਓ ਇਕੱਠਾ ਹੋਇਆ ਬੈਠਾ, ਇੱਕ ਦੇਗਾ ਭਰਿਆ ਖਾਣੇ ਦਾ ਪਿਆ। ਹੁਣ ਜੇ ਅਸੀਂ ਇਹ ਕਹਿ ਲਈਏ ਕਿ ਉਹਦੇ ਵਿੱਚੋਂ 100 ਲੋਕਾਂ ਦੇ ਵਿੱਚੋਂ ਕੁਝ ਚੰਦ ਕੁ ਲੋਕ ਨੇ ਜਿਨ੍ਹਾਂ ਕੋਲ ਥੋੜ੍ਹੀ ਬਹੁਤ ਤਾਕਤ ਹੈ, ਭਾਵੇਂ ਉਹ ਸਰੀਰਕ ਹੋਵੇ, ਭਾਵੇਂ ਉਹਨਾਂ ਦਾ ਆਪਸ ਦੇ ਵਿੱਚ ਏਕਾ ਹੋਵੇ, ਜਾਂ ਇਹ ਕਹਿ ਲਓ ਕਿ ਉਹਨਾਂ ਕੋਲ ਚਲਾਕੀ ਹੈ, ਤੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਲੋਭ ਵੀ ਹੈ ਕਿ ਇਹ ਜੋ ਖਾਣੇ ਦਾ ਦੇਗਾ ਭਰਿਆ ਪਿਆ, ਇਹ ਸਾਰਾ ਆਪਾਂ ਹੜੱਪਣਾ। ਗੁਰੂ ਤੋਂ ਦੂਰ ਨੇ, ਗੁਰੂ ਦੀਆਂ ਸਿੱਖਿਆਵਾਂ ਦੇ ਨੇੜੇ ਤੇੜੇ ਵੀ ਨਹੀਂ, ਤੇ ਉਹ ਆਪਣੀਆਂ ਚਤੁਰਾਈਆਂ ਜਾਂ ਤਾਕਤ ਨੂੰ ਵਰਤ ਕੇ ਉਹ 5-7 ਲੋਕ 70-80-90% ਖਾਣੇ ਦਾ ਜੋ ਦੇਗਾ ਆਪਦੇ ਵੱਸ 'ਚ ਕਰ ਲੈਂਦੇ ਆ, ਤੇ ਬਾਕੀ ਦਾ ਜਿਹੜਾ 15-20 ਬਚਿਆ ਉਹ ਬਾਕੀ ਦੇ 90% ਤੋਂ ਵੀ ਜ਼ਿਆਦਾ ਲੋਕਾਂ ਦੇ ਵਿੱਚ ਵੰਡਿਆ ਜਾਣਾ ਹੈ। ਤਾਂ ਉਹਨਾਂ ਕੋਲ ਤੇ ਬੜਾ ਥੋੜ੍ਹਾ ਬਚ ਗਿਆ, ਉਹ ਤੇ ਭੁੱਖੇ ਹੀ ਰਹਿ ਜਾਣਗੇ ਤੇ ਦੁਖੀ ਹੋਣਗੇ। ਹੁਣ ਜੇ ਉਹੀ 5-7 ਬੰਦੇ ਜਿਨ੍ਹਾਂ ਨੂੰ ਇਹ ਹੋੜ ਲੱਗੀ, ਜਿਨ੍ਹਾਂ ਨੂੰ ਇਹ ਲੋਭ ਆਇਆ, ਲਾਲਚ ਆਇਆ ਕਿ ਅਸੀਂ ਦਾਬਾ ਮਾਰ ਲਈਏ, ਉਹੀ ਜੇ ਗੁਰੂ ਦੇ ਲੜ ਲੱਗੇ ਹੁੰਦੇ, ਉਹਨਾਂ ਦੇ ਵਿੱਚ ਜੇ ਇਹ ਵਿਕਾਰ ਨਾ ਹੁੰਦਾ ਤੇ ਉਹ ਦੇਗਾ ਸਾਰਿਆਂ 'ਚ ਬਰਾਬਰ ਵੀ ਵੰਡਿਆ ਜਾ ਸਕਦਾ ਸੀ। ਪਦਾਰਥ ਦੀ ਕਮੀ ਨਹੀਂ ਹੈ, ਪਦਾਰਥ ਹੈਗਾ ਸਾਰਿਆਂ ਦੇ ਲਈ, ਜਿੰਨੀ ਮਾਤਰਾ 'ਚ ਚਾਹੀਦਾ ਓਨੀ ਮਾਤਰਾ ਦੇ ਵਿੱਚ ਪਦਾਰਥ ਹੈ। ਪਰ ਸਾਡੇ ਮਨੁੱਖਾਂ ਦੇ ਵਿੱਚ ਇਹ ਲੋਭ ਹੈ, ਲਾਲਚ ਹੈ, ਜਿਹਦੇ ਕਰਕੇ ਕੁਝ ਚੰਦ ਕੁ ਲੋਕ ਉਸ ਪਦਾਰਥ 'ਤੇ ਦਾਬਾ ਮਾਰ ਕੇ ਬਹਿ ਜਾਂਦੇ ਆ, ਉਸ ਪਦਾਰਥ ਦੇ ਵੱਡੇ ਹਿੱਸੇ 'ਤੇ ਦਾਬਾ ਮਾਰ ਕੇ ਬੈਠ ਜਾਂਦੇ ਆ, ਤੇ ਬਾਕੀ ਦਾ ਜਿਹੜਾ ਥੋੜ੍ਹਾ ਜਿਹਾ ਬਚਦਾ ਹੈ ਉਹ ਬਾਕੀ ਇੰਨੀ ਦੁਨੀਆ ਦੇ ਵਿੱਚ ਵੰਡਿਆ ਜਾਣਾ ਹੁੰਦਾ ਹੈ। ਤੇ ਇਹ ਗੱਲ ਜੋ ਹੈ, ਇਹ ਵਰਤਾਰਾ ਜੋ ਹੈ, ਬਹੁਤ ਸਾਰੇ ਅਨੇਕਾਂ ਹੀ ਲੋਕਾਂ ਦੇ ਦੁੱਖਾਂ ਦਾ ਕਾਰਨ ਹੈ। ਇਹਦੇ ਵਿੱਚੋਂ ਫਿਰ ਅੱਗੇ ਬਹੁਤ ਤਰ੍ਹਾਂ ਦੇ ਦੁੱਖ ਪੈਦਾ ਹੋ ਜਾਂਦੇ ਆ ਮਨੁੱਖ ਦੇ ਲਈ। ਸੋ ਲੋੜ ਹੈ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਣ ਦੀ, ਗੁਰੂ ਦੇ ਸਨਮੁਖ ਹੋਣ ਦੀ। ਅਸੀਂ ਉਸ ਪਰਮਾਤਮਾ ਦੇ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਉਹਨਾਂ ਮਨੁੱਖਾਂ ਨੂੰ ਪਰਮਾਤਮਾ ਅਕਲ ਬਖਸ਼ੇ, ਉਹਨਾਂ ਮਨੁੱਖਾਂ ਨੂੰ ਗੁਰੂ ਦੇ ਲੜ ਲਾਵੇ ਜੋ ਲੋਭ ਦੇ ਅਧੀਨ ਹੋ ਕੇ ਦੂਜਿਆਂ ਦਾ ਖੂਨ ਚੂਸਣ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੇ ਵਿੱਚੋਂ ਵਿਕਾਰ ਖਤਮ ਹੋ ਜਾਣ ਤੇ ਸਾਰਾ ਸੰਸਾਰ ਸੁਖੀ ਵਸੇ। ਪੰਚ ਸਮਾਈ ਸੁਖੀ ਸਭ ਲੋਗ, ਸਗਲੀ ਜੋਤ ਤੇਰਾ ਸਭ ਕੋਈ,
ਜੋ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਸਭਨਾਂ ਦੇ ਵਿੱਚ ਹੀ ਪਰਮਾਤਮਾ ਦੀ ਜੋਤ ਹੈ। ਸਾਰੇ ਹੀ ਜੀਵ ਉਸ ਪਰਮਾਤਮਾ ਦੇ ਹਨ, ਉਹਦੇ ਹੀ ਬਣਾਏ ਹੋਏ ਹਨ। ਆਪੇ ਜੋੜ ਵਿਛੋੜੇ ਸੋਈ, ਉਹ ਪਰਮਾਤਮਾ ਆਪ ਹੀ ਮਨੁੱਖਾਂ ਨੂੰ ਜੋੜਦਾ ਹੈ, ਆਪਸ ਦੇ ਵਿੱਚ ਕਹਿ ਲਈਏ ਆਪ ਹੀ ਵਿਛੋੜਾ ਪਾ ਦਿੰਦਾ ਹੈ, ਆਪ ਹੀ ਸੰਸਾਰ ਦੇ ਵਿੱਚ ਪੈਦਾ ਕਰਦਾ ਤੇ ਆਪ ਹੀ ਇੱਥੋਂ ਲੈ ਵੀ ਜਾਂਦਾ ਹੈ। ਆਪੇ ਕਰਤਾ ਕਰੇ ਸੋ ਹੋਈ, ਜੋ ਉਹ ਪਰਮਾਤਮਾ ਆਪ ਕਰਦਾ ਉਹੀ ਵਾਪਰਦਾ ਹੈ। ਤੇ ਇੱਥੇ ਇਹ ਗੱਲ ਵੀ ਚੇਤੇ ਰੱਖਣ ਵਾਲੀ, ਅਸੀਂ ਅਰਦਾਸ ਕੀਤੀ ਹੈ ਉਸ ਪਰਮਾਤਮਾ ਦੇ ਅੱਗੇ ਕਿ ਉਹਨਾਂ ਮਨੁੱਖਾਂ ਨੂੰ ਅਕਲ ਦੇਵੇ, ਕਿਉਂਕਿ ਉਹ ਅਕਲ ਉਹਨਾਂ ਨੂੰ ਪਰਮਾਤਮਾ ਹੀ ਦੇ ਸਕਦਾ, ਅਸੀਂ ਨਹੀਂ ਦੇ ਸਕਦੇ। ਜੇ ਅੱਜ ਉਹਨਾਂ ਦੇ ਅੰਦਰ ਵਿਕਾਰ ਪ੍ਰਬਲ ਨੇ, ਜੇ ਉਹ ਇਕੱਠਾ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ, ਤਾਂ ਇਸੇ ਕਰਕੇ ਲੱਗੇ ਨੇ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਨੂੰ ਲਾਇਆ ਹੋਇਆ। ਇਹ ਗੱਲ ਵੀ ਸਾਡੇ ਜ਼ਿਹਨ ਦੇ ਵਿੱਚ ਪੱਕੀ ਹੋਣੀ ਚਾਹੀਦੀ ਹੈ ਜੇ ਅਸੀਂ ਗੁਰਮੁਖ ਹਾਂ। ਇਸੇ ਲਈ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਹਾਂ। ਉਹ ਵੀ ਤਾਂ ਹੀ ਕਰ ਸਕਦੇ ਹਾਂ ਜੇ ਪ੍ਰਮਾਤਮਾ ਸਾਨੂੰ ਪ੍ਰੇਰਿਤ ਕਰੇਗਾ। ਪ੍ਰਮਾਤਮਾ ਨੇ ਸਾਨੂੰ ਪ੍ਰੇਰਨਾ ਦਿੱਤੀ, ਅਸੀਂ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਹੇ ਪ੍ਰਮਾਤਮਾ, ਇਹਨਾਂ ਮਨੁੱਖਾਂ ਨੂੰ ਅਕਲ ਦੇ, ਉਹਨਾਂ ਦੇ ਵਿੱਚ ਬਰਾਬਰੀ ਦਾ ਕੋਈ ਸਿਧਾਂਤ ਪੈਦਾ ਹੋਵੇ, ਕਿਉਂਕਿ ਆਪੇ ਕਰਤਾ ਕਰੇ ਸੋ ਹੋਈ। ਜੋ ਪ੍ਰਮਾਤਮਾ ਆਪ ਕਰਦਾ ਉਹੀ ਹੁੰਦਾ, ਉਹਦੇ ਤੋਂ ਇਲਾਵਾ ਨਹੀਂ ਕੁਝ ਹੋ ਸਕਦਾ। ਢਾਹੇ ਉਸਾਰੇ ਹੁਕਮ ਸਮਾਵੈ, ਹੁਕਮੋਂ ਵਰਤੈ ਜੋ ਤਿਸ ਭਾਵੈ, ਗੁਰਬਿਨ ਪੂਰਾ ਕੋਈ ਨਾ ਪਾਵੈ। ਜੋ ਗੁਰਮੁਖ ਹੈ ਉਹਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਹੈ ਕਿ ਇਸ ਸ੍ਰਿਸ਼ਟੀ ਨੂੰ ਢਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੈ, ਢਾਹ ਕੇ ਦੁਬਾਰਾ ਉਸਾਰਨ ਵਾਲਾ ਵੀ ਉਹ ਪਰਮਾਤਮਾ ਹੀ ਹੈ। ਆਪਣੇ ਹੁਕਮ ਦੇ ਅਨੁਸਾਰ ਉਹ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਖਤਮ ਕਰਦਾ ਹੈ। ਹੁਕਮੋਂ ਵਰਤੈ ਜੋ ਤਿਸ ਭਾਵੈ, ਜਿਵੇਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਉਹ ਆਪਣਾ ਹੁਕਮ ਇਸ ਸ੍ਰਿਸ਼ਟੀ ਦੇ ਵਿੱਚ ਵਰਤਾਉਂਦਾ ਹੈ। ਗੁਰਬਿਨ ਪੂਰਾ ਕੋਈ ਨਾ ਪਾਵੈ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਉਸ ਪੂਰਨ ਸੰਪੂਰਨ ਪਰਮਾਤਮਾ ਨੂੰ ਕੋਈ ਵੀ ਹਾਸਲ ਨਹੀਂ ਕਰ ਸਕਦਾ। ਬਾਲਕ ਬਿਰਧ ਨਾ ਸੁਰਤ ਪ੍ਰਾਣ, ਨਾ ਤੇ ਬਾਲ ਉਮਰੇ ਤੇ ਨਾ ਹੀ ਬੁਢਾਪੇ ਦੇ ਵਿੱਚ। ਜੋ ਮਨਮੁਖ ਮਨੁੱਖ ਹੈ ਉਹਦੀ ਸੁਰਤ ਪਰਮਾਤਮਾ ਵੱਲ ਨੂੰ ਨਹੀਂ ਲੱਗਦੀ, ਉਹਦੀ ਸੁਰਤ ਸੰਸਾਰਕ ਮੋਹ ਮਾਇਆ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਭਰ ਜੋਬਨ ਬੂਢਾ ਅਭਿਮਾਨ, ਤੇ ਜਦੋਂ ਬਾਲ ਉਮਰੇ ਵੀ ਨਹੀਂ, ਬੁਢਾਪੇ ਦੇ ਵਿੱਚ ਵੀ ਨਹੀਂ, ਦੋ ਅਵਸਥਾਵਾਂ ਸਾਡੇ ਜੀਵਨ ਦੀਆਂ, ਜਦੋਂ ਅਸੀਂ ਕਾਫੀ ਹੱਦ ਤੱਕ ਦੂਜਿਆਂ 'ਤੇ ਨਿਰਭਰ ਹੁੰਦੇ ਹਾਂ, ਅਸੀਂ ਸਭ ਕੁਝ ਆਪ ਕਰਨ ਦੇ ਸਮਰੱਥ ਨਹੀਂ ਹੁੰਦੇ, ਜਦੋਂ ਇਹਨਾਂ ਦੋ ਅਵਸਥਾਵਾਂ ਦੇ ਵਿੱਚ ਅਸੀਂ ਪਰਮਾਤਮਾ ਦੇ ਨੇੜੇ ਨਹੀਂ ਜਾ ਸਕੇ, ਤਾਂ ਜਵਾਨੀ ਵੇਲੇ ਤੇ ਸਭ ਕੁਝ ਸਾਡੇ ਆਪਣੇ ਹੱਥਾਂ 'ਚ ਹੁੰਦਾ, ਉਦੋਂ ਤੇ ਅਸੀਂ ਆਤਮ ਨਿਰਭਰ ਹੋ ਜਾਂਦੇ ਹਾਂ, ਆਪਣੇ ਫੈਸਲੇ ਆਪ ਲੈ ਸਕਦੇ ਹਾਂ, ਆਪਣੀ ਦੇਖਭਾਲ ਆਪ ਕਰ ਸਕਦੇ ਹਾਂ। ਤਾਂ ਉਸ ਵਕਤ ਤੇ ਅਭਿਮਾਨ ਹੋ ਜਾਣਾ, ਹੰਕਾਰ ਹੋ ਜਾਣਾ ਸੁਭਾਵਿਕ ਹੈ। ਪਰ ਜੋਬਨ ਬੂਢਾ ਅਭਿਮਾਨ, ਜਦੋਂ ਜੋਬਨ ਦੇ ਵਿੱਚ ਹੁੰਦਾ, ਜਵਾਨੀ ਦੇ ਵਿੱਚ ਮਨੁੱਖ ਹੁੰਦਾ ਤਾਂ ਹੰਕਾਰ ਦੇ ਵਿੱਚ ਡੁੱਬਿਆ ਰਹਿੰਦਾ। ਬਿਨ ਨਾਵੈ ਕਿਆ ਲਹਿਸ ਨਿਦਾਨ, ਕਹਿੰਦੇ ਨਾਮ ਤੋਂ ਬਿਨਾਂ ਇਹ ਨਦਾਨ, ਇਹ ਮੂਰਖ ਕੀ ਲੈ ਸਕਦਾ, ਕੀ ਹਾਸਲ ਕਰ ਸਕਦਾ। ਇਸ ਸਵਾਲ ਦੇ ਰਾਹੀਂ ਗੁਰੂ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਸੀਂ ਇੱਥੋਂ ਕੁਝ ਵੀ ਖੱਟ ਨਹੀਂ ਸਕਦੇ। ਜਿਸ ਕਾ ਅੰਨ ਧਨ ਸਹਿਜ ਨਾ ਜਾਣਾ, ਭਰਮ ਭੁਲਾਨਾ ਫਿਰ ਪਛਤਾਨਾ। ਜਿਸ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਅੰਨ ਅਸੀਂ ਖਾਂਦੇ ਹਾਂ ਤੇ ਧਨ ਅਸੀਂ ਵਰਤਦੇ ਹਾਂ, ਜੇ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਕਦੇ ਉਸ ਪਰਮਾਤਮਾ ਦੇ ਨਾਲ ਅਸੀਂ ਸਾਂਝ ਹੀ ਨਾ ਪਾਈ, ਤਾਂ ਅਸੀਂ ਭਰਮ ਭੁਲੇਖਿਆਂ ਦੇ ਵਿੱਚ ਹੀ ਭਟਕਦੇ ਫਿਰਾਂਗੇ, ਸੰਸਾਰਕ ਮੋਹ ਮਾਇਆ ਦੇ ਵਿੱਚ ਹੀ ਭਟਕਦੇ ਫਿਰਾਂਗੇ, ਬਾਅਦ ਦੇ ਵਿੱਚ ਪਛਤਾਵਾਂਗੇ। ਜਦੋਂ ਇਹ ਸਭ ਕੁਝ ਕਰਨ ਦੇ ਬਾਵਜੂਦ ਸਾਨੂੰ ਖੁਸ਼ੀ ਨਾ ਮਿਲੀ, ਸਾਨੂੰ ਸਥਾਈ ਆਨੰਦ ਨਾ ਮਿਲਿਆ, ਫਿਰ ਅਸੀਂ ਪਛਤਾਵਾਂਗੇ। ਗਲ ਫਾਹੀ ਬੌਰਾ ਬੌਰਾਨਾ, ਅਜਿਹਾ ਜੋ ਮਨੁੱਖ ਹੈ ਜੋ ਸੰਸਾਰ ਵੱਲ ਜੁੜਿਆ ਹੋਇਆ ਹੈ, ਪਰਮਾਤਮਾ ਤੋਂ ਦੂਰ ਹੈ, ਉਹ ਆਖਰ ਪਛਤਾਉਂਦਾ ਹੈ। ਉਹਦੇ ਗਲ ਵਿੱਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਦੇ ਵਿੱਚ ਹੀ ਉਹ ਝੱਲਾ ਹੋਇਆ ਫਿਰਦਾ ਰਹਿੰਦਾ ਹੈ। ਬੂਡਤ ਜਗ ਦੇਖਿਆ ਤਉ ਡਰ ਭਾਗੀ, ਜਿਹੜਾ ਮਨੁੱਖ ਗੁਰੂ ਦੇ ਚਰਨੀ ਲੱਗ ਗਿਆ, ਗੁਰੂ ਦੀ ਸ਼ਰਨ ਪੈ ਗਿਆ, ਜਦੋਂ ਉਹ
ਮੋਹ ਦੇ ਵਿੱਚ ਡੁੱਬਦੇ ਹੋਏ ਜਗਤ ਨੂੰ ਵੇਖਦਾ ਹੈ ਤਾਂ ਇਸ ਵਰਤਾਰੇ ਤੋਂ ਡਰ ਕੇ ਉਹ ਭੱਜ ਜਾਂਦਾ ਹੈ, ਭਾਵ ਕਿ ਮੋਹ ਤੋਂ ਦੂਰ ਭੱਜ ਜਾਂਦਾ ਹੈ। ਸਤਿਗੁਰ ਰਾਖੇ ਸੇ ਵਡਭਾਗੇ, ਨਾਨਕ ਗੁਰ ਕੀ ਚਰਣੀ ਲਾਗੇ। ਇਹ ਨਾਨਕ, ਜਿਹੜੇ ਮਨੁੱਖ ਗੁਰੂ ਦੀ ਚਰਨੀ ਲੱਗ ਜਾਂਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਸਤਿਗੁਰੂ ਉਹਨਾਂ ਨੂੰ ਮੋਹ ਤੋਂ ਬਚਾਉਂਦਾ ਹੈ ਤਾਂ ਉਹ ਬਚਦੇ ਨੇ। ਸਤਿਗੁਰ ਰਾਖੇ ਸੇ ਵਡਭਾਗੇ, ਤੇ ਇਸੇ ਕਰਕੇ ਹੀ ਉਹ ਵੱਡੇ ਭਾਗਾਂ ਵਾਲੇ। ਸਤਿਗੁਰੂ ਰੱਖਦਾ ਹੈ ਉਹਨਾਂ ਨੂੰ ਵਿਕਾਰਾਂ ਵੱਲੋਂ, ਬਚਾਉਂਦਾ ਹੈ ਉਹਨਾਂ ਨੂੰ ਵਿਕਾਰਾਂ ਵੱਲੋਂ।